अस्सलाम वालेकुम जी बब्बर शरो की हाल है। मेरे साहब खैरियत होनी है। ਅੱਜ ਇੰਟਰਵਿਊ ਕਰਾਂਗੇ ਗੱਡੀਆਂ ਦੇ ਜਿਹੜੇ ਮਾਲਕਾਨ ਹੁੰਦੇ ਨੇ ਨਾ ਲੋਡਰ ਗੱਡੀ ਦੇ, ਉਹਨਾਂ ਦਾ ਇੰਟਰਵਿਊ ਕਰਾਂਗੇ ਤੇ ਤੁਹਾਡੇ ਤੱਕ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਤੁਹਾਨੂੰ ਗਾਈਡ ਕਰਨ ਵਾਲੀਆਂ ਗੱਲਾਂ ਨੇ ਜਿਹਦੇ ਵਿੱਚ ਜੇ ਕੋਈ ਟਰਾਂਸਪੋਰਟਰ ਬਣਨਾ ਚਾਹੁੰਦਾ ਹੈ ਉਹਦੇ ਵਾਸਤੇ ਕੋਈ ਰਹਿਨਮਾਈ ਹੋ ਸਕੇ, ਔਰ ਉਸ ਤੋਂ ਬਾਅਦ ਅਮਲੇ ਨਾਲ ਟਰਾਂਸਪੋਰਟਰਾਂ ਦਾ ਕਿਸ ਤਰ੍ਹਾਂ ਦਾ ਬਿਹੇਵ ਹੁੰਦਾ, ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਇਹ ਗੱਲਾਂ ਜਿਹੜੀਆਂ ਨੇ ਪਹੁੰਚਾਈਆਂ ਜਾਣ। ਤੇ ਉਹ ਲੱਗਦਾ ਮਾਲਕ ਹੀ ਬੈਠੇ ਨੇ, ਮਿਲਣੇ ਆ ਉਹਨਾਂ ਨਾਲ, ਫਿਰ ਗੱਲਬਾਤ ਕਰਨੇ ਆ ਤੇ ਬਾਕੀ ਜਿਹੜਾ ਫਿਰ ਆ ਜਾਓ। ਅਸੀਂ ਇਹ ਨਾ ਵੀਡੀਓ ਇੱਕ ਬਣਾ ਰਹੇ ਆ, ਅਗਰ ਤੁਹਾਡੀ ਇਜਾਜ਼ਤ ਹੋਵੇ ਤੇ ਇਹਦੇ ਵਾਸਤੇ ਪਰਮਿਸ਼ਨ ਦਿਓ ਸਾਨੂੰ, ਤਾਂ ਕਿ ਜਿਹੜਾ ਇਹ ਟਰਾਂਸਪੋਰਟਰਾਂ ਦੀ ਅਗਾਈ ਹੋ ਸਕੇ ਔਰ ਅਮਲੇ ਦੇ ਬਾਰੇ ਤੁਸੀਂ ਕਿਸ ਤਰ੍ਹਾਂ ਦਾ ਜ਼ਿਹਨ ਰੱਖਦੇ ਹੋ ਉਹਦੇ ਬਾਰੇ ਅਸੀਂ ਵੀਡੀਓ ਬਣਾਉਣਾ ਚਾਹਾਂਗੇ। ਲਿਹਾਜ਼ਾ ਤੁਸੀਂ ਆਪਣੀ ਪਰਮਿਸ਼ਨ ਦਾ ਇਜ਼ਹਾਰ ਕਰੋ ਕਿ ਸਾਨੂੰ ਇਜਾਜ਼ਤ ਹੈ। जी जी ਤੁਹਾਨੂੰ इजाजत है। माशाल्लाह। ਤੇ ਜਨਾਬ ਪਹਿਲੇ ਨੰਬਰ ਤੇ ਕੀ ਇਸਮੇ ਗ੍ਰਾਮੀ ਜੀ ਆਪਣਾ? अली उमर नाम है मेरा, सादकाबाद रैशी। गड्डियां ਦਾ ਹੀ ਕੰਮ ਹੈ ट्रांसपोर्ट ਦਾ। ਦੋ ਗੱਡੀਆਂ ਨੇ ਮੇਰੇ ਕੋਲ। ਅੱਛਾ ਮਾਸ਼ਾਅੱਲਾ। ਅਲੀ ਉਮਰ ਸਾਹਿਬ ਜੀ ਜਨਾਬ ਅਲੀ, ਕਿੰਨਾ ਕੁ ਚਿਰ ਹੋ ਗਿਆ ਵਬਸਤਗੀ ਆ ਜਿਹੜੀ ਟਰਾਂਸਪੋਰਟਰੀ ਚ ਬੜੇ ਹੋ, ਕਿੰਨਾ ਕੁ ਚਿਰ ਹੋ ਗਿਆ ਜਨਾਬ? ਜਨਾਬ ਇਹ ਵਾਲਦ ਸਾਹਿਬ ਦੇ ਹੁੰਦਿਆਂ ਤੋਂ ਹੀ ਹੈ ਟਰਾਂਸਪੋਰਟ ਦਾ ਕੰਮ। ਬਾਕੀ ਜ਼ਿਮੀਂਦਾਰ ਇਹਦਾ ਵੀ ਹੈ ਲੇਕਿਨ ਟਰਾਂਸਪੋਰਟ ਦਾ ਵਾਲਦ ਸਾਹਿਬ ਦੇ ਹੁੰਦਿਆਂ ਤੋਂ ਹੀ। ਮਾਸ਼ਾਅੱਲਾ, ਯਾਨੀ ਕਿ ਜਨਾਬ ਹੋਰਾਂ ਨੂੰ ਕਾਫੀ ਚਿਰ ਹੋ ਗਿਆ ਤੇ ਟਰਾਂਸਪੋਰਟਰੀ ਨਾਲ ਹੀ ਵਬਸਤਗੀ। ਤੇ ਜਨਾਬ ਇਹ ਕਿਸ ਤਰ੍ਹਾਂ ਗੱਡੀਆਂ ਦੇ ਬਾਰੇ ਅਸੀਂ ਮੋਟੀਵੇਸ਼ਨ ਇਹ ਹਾਸਲ ਕਰਨਾ ਚਾਹਾਂਗੇ ਕਿ ਇਹ ਸਾਨੂੰ ਦੱਸਿਆ ਜਾਵੇ ਕਿ ਕਿਸ ਤਰ੍ਹਾਂ ਇਹ ਕੰਮ, ਜੇ ਅਗਰ ਕੋਈ ਨਵਾਂ ਟਰਾਂਸਪੋਰਟਰ ਤਿਆਰ ਹੁੰਦਾ ਹੈ ਤਾਂ ਕਿਸ ਤਰ੍ਹਾਂ ਰਿਜ਼ਕ ਠੀਕ ਹੈ? ਮਾਸ਼ਾਅੱਲਾ जी माशाल्लाह बहुत अच्छा काम है। इस टाइम एक्सल वेट ਤੇ बहुत अच्छा निज़ाम है, बहुत अच्छी रोजी है। अगर कोई नवा बंदा भी काम करना चाहे तो कर सकता है, लेकिन ये है कि थोड़ा ਜਿਹਾ ਇਸ ਫੀਲਡ ਦੇ ਵਿੱਚ ਉਹਨੂੰ ਆਉਣਾ ਪਏਗਾ। ਤੇ ਨਵੇਂ ਬੰਦੇ ਦੇ ਵਾਸਤੇ ਇਹ ਵੇ ਕਿ ਥੋੜਾ ਜਿਹਾ ਕੋਈ ਬੰਦਾ ਅੱਛਾ ਮਿਲ ਜਾਏ ਟਰਾਂਸਪੋਰਟਰ ਜਿਹੜਾ ਉਹਨੂੰ ਸਾਥ ਲੈ ਕੇ ਚੱਲ ਸਕੇ, ਠੀਕ ਹੈ, ਜਿਹਦੇ ਵਾਸਤੇ ਉਹਨੂੰ ਲੋਡਿੰਗ ਅਨਲੋਡਿੰਗ ਦੀ ਟੈਨਸ਼ਨ ਨਾ ਹੋਵੇ, ਸ਼ੁਰੂ 'ਚ ਉਹਨੂੰ ਸਾਰਾ ਪ੍ਰੋਸੀਜਰ ਸਮਝਾ ਸਕੇ। ਤੇ ਨਵਾਂ ਬੰਦਾ ਵੀ ਇਹ ਕੰਮ ਕਰ ਸਕਦਾ ਹੋਵੇ ਔਰ ਬਹੁਤ ਅੱਛੀ ਰੋਜ਼ੀ ਹੈ। ਲੇਕਿਨ ਨਵਾਂ ਬੰਦਾ ਕੋਸ਼ਿਸ਼ ਕਰੇ ਕਿ ਨਵੀਂ ਗੱਡੀ ਨੂੰ ਤਰਜੀਹ ਦੇਵੇ, ਕਿਉਂਕਿ ਨਵੀਂ ਗੱਡੀ ਦੇ ਵਿੱਚ ਕੰਮ ਨਹੀਂ ਹੋਏਗਾ, ਕੋਈ ਟੈਨਸ਼ਨ ਨਹੀਂ ਹੋਏਗੀ, ਠੀਕ ਹੈ, ਤੇ ਉਹਦੇ ਲਈ ਨਾ ਇਹ ਕੰਮ ਸਮਝਣ ਲਈ ਈਜ਼ੀ ਹੋ ਜਾਏਗਾ। ਤੇ ਅਗਰ ਪੁਰਾਣੀ ਗੱਡੀ ਲੈਂਦਾ ਨਾ ਉਹਦੇ ਵਿੱਚ ਉਹ ਕਾਫੀ ਸਾਰੇ ਮਸਲੇ ਮਸਾਇਲ ਨੇ। ਗੱਡੀ ਹੁੰਦੀ ਹੈ ਕਦੀ ਮਤਲਬ ਇੰਜਣ ਦਾ ਮਸਲਾ ਬਣ ਗਿਆ, ਅਗਰ ਕੋਈ ਕੜਾ ਇੰਜਣ ਦਾ ਮਸਲਾ ਬਣ ਗਿਆ, ਕਦੀ ਗੇਅਰ ਦਾ ਮਸਲਾ ਬਣ ਗਿਆ, ਜਾਂ ਕੋਈ ਵੀ ਇਸ਼ੂ ਛੋਟੇ ਛੋਟੇ ਬਣਦੇ ਰਹਿੰਦੇ ਨੇ। ਮੋਟਰ ਤੇ ਇਸ ਚੀਜ਼ ਨੂੰ ਬਰਦਾਸ਼ਤ ਕਰ ਲੈਂਦਾ ਵੇ, ਤੇ ਲੇਕਿਨ ਨਵਾਂ ਬੰਦਾ ਜਿਹੜਾ ਨਾ ਉਹ ਦਿਲ ਬਰਦਾਸ਼ਤ ਹੋ ਜਾਂਦਾ ਇਸ ਚੀਜ਼ ਤੋਂ। ਯਾਨੀ ਕਿ ਤੁਹਾਡਾ ਮਕਸਦ ਹੈ ਕਿ ਪਹਿਲੇ ਨੌਲੇਜ ਹਾਸਲ ਕਰੇ, ਇਸ ਬਾਰੇ ਇਨਫੋਰਮੇਸ਼ਨ ਲਵੇ, ਫਿਰ ਇਸ ਕੰਮ ਦੇ ਵਿੱਚ ਵੜੇ। ਹਾਂਜੀ ਹਾਂਜੀ ਬਿਲਕੁਲ। ਠੀਕ ਹੈ। ਤੇ ਜਨਾਬ ਇਹਦੇ ਵਾਸਤੇ ਇਹ ਦੱਸੋ ਕਿ ਨਵੀਂ ਗੱਡੀ ਦਾ ਤੇ ਤੁਸੀਂ ਦੱਸਿਆ, ਲੇਕਿਨ ਨਵੀਂ ਜਿਹੜੀ ਉਹ ਮਹਿੰਗੀ ਵੀ ਬੜੀ ਹੈ, ਉਹਦੇ ਨਾਲੋਂ ਫਿਰ ਨਕਦਾਂ ਦੇ ਉੱਤੇ ਅਗਰ ਗੱਡੀ ਲਵੇ ਤੇ ਫਿਰ ਬੈਨੀਫਿਟ ਹੈ, ਜਾਂ ਇੰਸਟਾਲਮੈਂਟ ਵਗੈਰਾ ਤੇ ਜਿਵੇਂ ਮਿਲਦੀਆਂ ਨੇ ਗੱਡੀਆਂ ਡਿਊ ਤੇ ਮਿਲਦੀਆਂ ਨੇ, ਉਸ ਤਰ੍ਹਾਂ ਦਾ ਕੰਮ ਵੀ ਠੀਕ ਰਹਿ ਜਾਂਦਾ? ਦੇਖੋ ਇਹ ਹਰ ਬੰਦੇ ਦਾ ਇੱਕ ਆਪਣਾ ਚਾਲ ਹੈ, ਆਪਣਾ ਨਿਜ਼ਾਮ ਹੈ, ਲੇਕਿਨ ਗੱਡੀ ਨਵੇਂ ਬੰਦੇ ਨੂੰ ਕਿਸ਼ਤਾਂ ਤੇ ਗੱਡੀ ਇਹ ਬਿਲਕੁਲ ਨਹੀਂ ਲੈਣੀ ਚਾਹੀਦੀ, ਠੀਕ ਹੈ, ਕਿਉਂਕਿ ਇਹ ਜਿਹੜੀ ਇਸ ਕੰਮ ਦੇ ਵਿੱਚ ਊਂਚ ਨੀਚ ਹੈ ਵੇ। ਤੇ ਨਵੇਂ ਬੰਦੇ ਨੂੰ ਚਾਹੀਦਾ ਹੈ ਕਿ ਗੱਡੀ ਉਹ ਨਕਦਾਂ ਦੀ ਲਵੇ। ਯਾਨੀ ਕਿ ਨਕਦਾਂ ਦੀ ਹੋਏਗੀ ਤੇ ਉਹਨੂੰ ਪਤਾ ਹੋਏਗਾ ਕਿ ਮੈਂ ਮਹੀਨੇ ਦਾ ਕੀ ਕਮਾਇਆ ਹੈ, ਔਰ ਉਸ ਤੋਂ ਬਾਅਦ ਮੈਂ ਜਿਹੜਾ ਨਾ ਕਿ ਨੁਕਸਾਨ 'ਚ ਜਾ ਰਿਹਾ, ਲਾਸ 'ਚ ਜਾ ਰਿਹਾ, ਜਾਂ ਕਿ ਮੈਨੂੰ ਬੈਨੀਫਿਟ ਇਹਦਾ। ਜੀ ਜੀ ਬਿਲਕੁਲ ਐਵੇਂ ਹੀ ਹੈ। ਜਿਸ ਨੇ ਜਦੋਂ ਹੋਏਗੀ ਤੇ ਉਹਦਾ ਨਿਜ਼ਾਮ ਅੱਛਾ ਚੱਲੇਗਾ, ਉਹਦੇ ਲਈ ਬੈਨੀਫਿਟ ਇਹ ਹੋਏਗਾ ਕਿ ਅਗਰ ਕੋਈ ਗੱਡੀ ਉਹ ਨਕਦਾਂ ਦੀ ਲੈਂਦਾ ਹੈ, ਕੋਈ ਕੰਮ ਹੋ ਗਿਆ, ਕੋਈ ਕੰਮ ਨਿਕਲ ਆਇਆ, ਠੀਕ ਹੈ, ਤੇ ਉਹਦੇ ਲਈ ਮਸਲਾ ਨਹੀਂ ਬਣੇਗਾ ਇਸ ਚੀਜ਼ ਦੇ ਵਿੱਚ। ਤੇ ਇਹ ਦੱਸੋ ਕਿ ਐਕਸਲ ਵੇਟ ਜਦੋਂ ਦਾ ਹੋਇਆ ਹੈ ਇਹਦਾ ਕਿੰਨਾ ਕੁ ਬੈਨੀਫਿਟ ਮਹਿਸੂਸ ਕਰਦੇ ਹੋ? ਕਿਰਾਏ ਵਗੈਰਾ ਵੀ ਵਧੇ ਨੇ ਜਾਂ ਕਿਰਾਏ ਉਹ ਹੀ ਨੇ ਤੇ ਸਿਰਫ ਵਜ਼ਨ ਘਟਾ ਦਿੱਤਾ ਗਿਆ? ਨਹੀਂ ਮਾਸ਼ਾਅੱਲਾ ਕਿਰਾਏ ਕਿੰਨਾ ਬਿਹਤਰ ਨੇ, ਔਰ ਗੱਡੀ ਕੰਮ ਨਹੀਂ ਕੱਢਦੀ, ਟਾਈਮ ਲਾਇਆ ਨਹੀਂ ਕਰਦੀ। ਜਿੱਥੇ ਗੱਡੀ ਸਾਦਿਕਾਬਾਦ ਅਗਰ 30 ਘੰਟੇ 32 ਘੰਟੇ ਲੱਗ ਜਾਂਦੇ ਸਾਨੂੰ ਆਉਂਦੇ ਆ ਕਰਾਚੀ ਤੋਂ, ਉੱਥੇ ਗੱਡੀ 24 ਘੰਟੇ 18 20 ਘੰਟੇ 22 ਘੰਟੇ ਦੇ ਵਿੱਚ ਗੱਡੀ ਪਹੁੰਚ ਰਹੀ ਹੈ, ਔਰ ਈਜ਼ੀਲੀ ਪਹੁੰਚ ਰਹੀ ਹੈ। ਤੇ ਇਹਦਾ ਬੈਨੀਫਿਟ ਬੜੀ ਸਾਰੀ ਸੂਰਤਾਂ ਦੇ ਵਿੱਚ ਹੈ ਕਿ ਮਤਲਬ ਟਾਇਰਾਂ ਦੀ ਤਰਫੋਂ ਬਚਤ ਹੈ, ਉਸ ਤੋਂ ਬਾਅਦ ਆਪਣਾ ਜਿਹੜਾ ਵੇ ਮੇਨਟੇਨੈਂਸ ਦੇ ਵਿੱਚ ਬਚਤ ਹੈ, ਡੀਜ਼ਲ ਦੇ ਵਿੱਚ ਬਚਤ ਹੈ, ਹਰ ਚੀਜ਼ 'ਚ ਬਚਤ ਹੈ ਇਹਦੇ ਵਿੱਚ। ਔਰ ਉਸ ਤੋਂ ਬਾਅਦ ਮੇਨ ਗੱਲ ਜਿਹੜੀ ਇਹ ਵੇ, ਸਾਡੇ ਮੁਲਕੇ ਪਾਕਿਸਤਾਨ ਦੀਆਂ ਜਿਹੜੀਆਂ ਰੋਡਾਂ ਨੇ, ਸ਼ਾਹਰਾਵਾਂ ਨੇ, ਉਹ ਵੀ ਤਕਰੀਬਨ ਓਵਰਵੇਟ ਤੋਂ ਬਚਦੀਆਂ ਨੇ, ਉਹਨਾਂ ਦਾ ਨੁਕਸਾਨ ਵੀ ਘੱਟ ਹੁੰਦਾ ਹੈ। ਇਹ ਵੀ ਗੱਲ ਹਕੀਕਤ ਹੈ? ਜੀ ਜੀ ਬਿਲਕੁਲ ਐਵੇਂ। ਗੱਡੀਆਂ ਜਿਹੜੀਆਂ ਨੇ ਉਹ ਕਰਾਚੀ ਤੋਂ ਅਗਰ ਨਿਕਲਦੀਆਂ ਨੇ ਨਾ ਜੀ, ਇੱਥੇ ਤੱਕ ਆਉਂਦੀਆਂ ਨੇ, ਤੇ ਪਹਿਲਾਂ ਜਿਹੜਾ ਗੱਡੀਆਂ ਜਦੋਂ ਆਉਂਦੀਆਂ ਸਨ ਤੇ ਉਹਨਾਂ ਲਈ ਬੜੇ ਜਿਹੇ ਮਸਲੇ ਮਸਾਇਲ ਸੀ। ਕੋਈ ਗੱਡੀ ਰਾਹ ਦੇ ਵਿੱਚ ਓਵਰਵੇਟ ਦੀ ਵਜ੍ਹਾ ਨਾਲ ਕਲਟੀ ਹੋ ਗਈ ਹੈ, ਕੋਈ ਗੱਡੀ ਜਿਹੜੀ ਹੈ ਉਹਦਾ ਕੈਬਨ ਦਾ ਨੁਕਸਾਨ ਹੋ ਗਿਆ, ਕਿਉਂਕਿ ਗੱਡੀ ਦੇ ਉੱਤੇ ਜਦੋਂ ਓਵਰਲੋਡ ਹੁੰਦਾ ਸੀ ਤੇ ਬ੍ਰੇਕ ਵੀ ਉਸ ਹਿਸਾਬ ਦੇ ਨਾਲ ਘੱਟ ਲੱਗਦੀ ਹੈ। ਜਦੋਂ ਬ੍ਰੇਕ ਘੱਟ ਲੱਗਦੀ ਸੀ ਗੱਡੀ ਅਗਲੀ ਗੱਡੀ ਨਾਲ ਟੱਚ ਹੁੰਦੀ ਸੀ, ਡਰਾਈਵਰਾਂ ਦਾ ਵੀ ਨੁਕਸਾਨ ਹੁੰਦਾ ਸੀ, ਮਾਲਕਾਂ ਦਾ ਵੀ ਨੁਕਸਾਨ ਹੁੰਦਾ ਸੀ, ਰੋਡਾਂ ਦਾ ਵੀ ਨੁਕਸਾਨ ਹੁੰਦਾ ਸੀ। ਹੁਣ ਅਲਹਮਦੁਲਿਲਾ ਇਸ ਚੀਜ਼ ਤੋਂ ਬੜਾ ਕੰਮ ਬਿਹਤਰ। ਯਾਨੀ ਕਿ ਐਕਸੀਡੈਂਟ ਦੀ ਰੇਸ਼ੋ ਜਿਹੜੀ, ਮੈਂ ਇੱਕ ਡਰਾਈਵਰ ਹੋਣ ਦੇ ਨਾਤੇ ਵਾਕਈ ਇਹ ਚੀਜ਼ ਨੋਟ ਕੀਤੀ ਹੈ, ਭਾਈ ਹੋਰਾਂ ਦੀ ਗੱਲ ਨਾਲ ਮੈਂ 100% ਇਤਫਾਕ ਕਰਨਾ ਕਿ ਵਾਕਈ ਹੀ ਜਿਹੜੀ ਐਕਸੀਡੈਂਟ ਦੀ ਰੇਸ਼ੋ ਹੈ ਨਾ ਬਹੁਤ ਘੱਟ ਹੋ ਗਈ ਹੈ, ਕਿਉਂਕਿ ਐਕਸਲਵੇਟ ਗੱਡੀਆਂ ਨੇ ਉਹਨਾਂ ਦੀ ਮਾਸ਼ਾਅੱਲਾ ਬ੍ਰੇਕ ਵੀ ਸਹੀ ਕੰਮ ਕਰਦੀ ਹੈ। ਇਹਨਾਂ ਦੀ ਬ੍ਰੇਕ ਹੁੰਦੀ ਤੇ ਵੈਸੇ ਵੀ ਠੀਕ ਹੈ, ਲੇਕਿਨ ਬ੍ਰੇਕ ਯਾਨੀ ਕਿ ਇੱਕ ਤਰਫਾ ਅਗਰ ਲਾਣੀ ਪੈ ਜਾਏ, ਯਕਦਮ ਲਾਣੀ ਪੈ ਜਾਏ ਤੇ ਉਸ ਤੋਂ ਬਾਅਦ 100% ਉਮੀਦ ਹੈ ਕਿ ਬ੍ਰੇਕ ਕੰਮ ਕਰੇਗੀ, ਕਿਉਂਕਿ ਐਕਸਲਵੇਟ ਨੇ ਗੱਡੀਆਂ। ਤੇ ਗੁੱਡ ਹੋ ਗਿਆ ਜੀ, ਇਹਦੇ ਨਾਲ ਤੁਸੀਂ ਇਤਫਾਕ ਕਰਦੇ ਹੋ ਕਿ ਬੜਾ ਮਾਸ਼ਾਅੱਲਾ ਇਹ ਹਕੂਮਤ ਨੇ ਜਿਹੜਾ ਇਕਦਾਮ ਚੁੱਕਿਆ ਨਾ, ਇਹ ਜ਼ਬਰਦਸਤ ਹੈ। ਐਕਸਲਵੇਟ ਹੀ ਹੋਣਾ ਚਾਹੀਦਾ ਸੀ, ਔਰ ਅੱਛਾ ਰਿਲੀਫ ਮਿਲ ਰਿਹਾ ਤੁਹਾਨੂੰ? ਜੀ ਜੀ ਅੱਛਾ ਰਿਲੀਫ ਮਿਲ ਰਿਹਾ। ਸਿਰਫ ਇਹਦੇ ਵਿੱਚ ਇੱਕ ਸੂਰਤ ਦੇ ਵਿੱਚ ਡਰਾਈਵਰ ਨੂੰ ਖਿਆਲ ਕਰਨਾ ਚਾਹੀਦਾ ਕਿ ਓਵਰ ਸਪੀਡ ਨਾ ਕਰੇ ਗੱਡੀ, ਕਿਉਂਕਿ ਵਜ਼ਨ ਘੱਟ ਹੋ ਗਏ ਨੇ। ਹੁਣ ਜਿਹੜੇ ਨੁਕਸਾਨ ਹੋ ਰਹੇ ਨੇ ਉਹ ਸਿਰਫ ਓਵਰ ਸਪੀਡ ਦੀ ਵਜ੍ਹਾ ਤੋਂ ਹੋ ਰਹੇ ਨੇ। ਤੇ ਮਾਲਕਾਂ ਨੂੰ ਵੀ ਇਹ ਗੱਲ ਦਾ ਮੈਂ ਕਹਾਂਗਾ ਕਿ ਮਾਲਕਾਂ ਨੂੰ ਵੀ ਚਾਹੀਦਾ ਡਰਾਈਵਰਾਂ ਦਾ ਥੋੜਾ ਜਿਹਾ ਸਾਥ ਕਰਨ,
ਉਹਨਾਂ ਜੀ ਮੈਂ ਇਹੋ ਹੀ ਤੁਹਾਡੇ ਕੋਲ ਸਵਾਲ ਕਰਨ ਲੱਗਾ ਸਾਂ। ਮੈਂ ਇਸੇ ਤਰ੍ਹਾਂ ਹੀ ਆਉਣਾ ਚਾਹ ਰਿਹਾ ਸਾਂ ਕਿ ਤੁਸੀਂ ਆਪਣੇ ਮਾਲਕਾਨ ਹਜ਼ਰਾਤ ਜਿਹੜੇ ਤੁਹਾਡੇ ਨਾਲ ਦੇ ਭਰਾ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਅਮਲੇ ਦੀ ਉਹ ਕਿੰਨੀ ਕੁ ਰਹਿਨਮਾਈ ਕਰਨ, ਜਾਂ ਠੀਕ ਕਰਦੇ ਨੇ, ਅਮਲਾ ਉਹਨਾਂ ਨਾਲ ਗਲਤ ਕਰਦਾ ਹੈ ਜਾਂ ਮਾਲਕ ਹੀ ਗਲਤ ਕਰਦੇ ਨੇ, ਜਾਂ ਉਹਨਾਂ ਦਾ ਅਹਿਸਾਸ ਕਿੰਨਾ ਕੁ ਕਰਨਾ ਚਾਹੀਦਾ, ਕਿਸ ਤਰ੍ਹਾਂ ਕਰਨਾ ਚਾਹੀਦਾ? ਇੱਕ ਸਾਜ ਸਵਾਲ ਮੇਰੇ ਵਾਵਾ ਸਾਰੇ ਨੇ ਲਿਆਦਾ, ਵਕਫੇ ਵਕਫੇ ਨਾਲ ਇਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਿਆ ਜੀ ਜੀ ਬਿਲਕੁਲ ਜਵਾਬ ਦਾਂਗੇ ਇਸ ਚੀਜ਼ ਦਾ। ਐਵੇਂ ਹੈ ਕਿ ਸਾਰੇ ਮਾਲਕ ਵੀ ਗਲਤ ਨਹੀਂ ਹੈ ਔਰ ਸਾਰੇ ਡਰਾਈਵਰ ਵੀ ਗਲਤ ਨਹੀਂ ਹੈ, ਇਹ ਫਰਕੋ ਫਰਕੀ ਹੈ ਸਾਰੇ ਕੰਮ ਇਹਨਾਂ ਦੇ ਵਿੱਚ। ਡਰਾਈਵਰ ਜਿਹੜੇ ਨੇ ਉਹ ਬਹੁਤ ਅੱਛੇ ਡਰਾਈਵਰ ਨੇ, ਲੇਕਿਨ ਉਹਨਾਂ ਦੀ ਰੇਸ਼ੀਓ ਜਿਹੜੀ ਹੈ ਉਹ ਕਮ ਹੈ, ਠੀਕ ਹੈ। ਡਰਾਈਵਰਾਂ ਦੀ ਇੱਜ਼ਤ ਹੋਣੀ ਚਾਹੀਦੀ, ਇੱਜ਼ਤ ਨੂੰ ਬਹਾਲ ਕਰਨਾ ਚਾਹੀਦਾ ਹੈ। ਜਿੱਥੇ ਵੀ ਡਰਾਈਵਰ ਜਾਣ, ਕੋਰਟ 'ਚ ਜਾਣ, ਉਹਨਾਂ ਨੂੰ ਉਹਨਾਂ ਦੇ ਹਕੂਕ ਮਿਲਣੇ ਚਾਹੀਦੇ ਨੇ। ਮਤਲਬ ਉਹਨਾਂ ਵਾਸਤੇ ਇੱਕ ਰੈਸਟ ਰੂਮ ਹੋਣਾ ਚਾਹੀਦਾ ਵੇ, ਹਰ ਚੀਜ਼ ਇਸ ਚੀਜ਼ ਦਾ ਖਿਆਲ ਕੀਤਾ ਜਾਵੇ। ਹੁਣ ਕਾਫੀ ਸਾਰੇ ਡਰਾਈਵਰ ਉੱਥੇ ਪੋਰਟ ਦੇ ਵਿੱਚ ਗੱਡੀ ਜਿਹੜੀ ਉਹ ਨੀਚੇ ਚੜਾਈ ਡਾਲ ਕੇ ਤੇ ਉੱਥੇ ਸੌ ਜਾਂਦੇ ਸੀ, ਉਹਦੇ ਨਾਲ ਡਰਾਈਵਰਾਂ ਦਾ ਬੜਾ ਨੁਕਸਾਨ ਹੋਇਆ। ਕੋਈ ਗੱਡੀ ਰੇੜ ਗਈ ਹੈ, ਕੋਈ ਗੱਡੀ ਡਰਾਈਵਰ ਨੇ ਰਿਵਰਸ ਕਰ ਦਿੱਤੀ ਹੈ ਤੇ ਇਹਦਾ ਬੜਾ ਨੁਕਸਾਨ ਹੋਇਆ। ਫਿਰ ਉਸ ਤੋਂ ਦੂਸਰੇ ਨੰਬਰ ਤੇ ਇਹ ਵੇ ਕਿ ਮਾਲਕਾਂ ਨੂੰ ਵੀ ਅਹਿਸਾਸ ਕਰਨਾ ਚਾਹੀਦਾ ਹੈ। ਪਹਿਲੇ ਨੰਬਰ ਤੇ ਕਿ ਡਰਾਈਵਰਾਂ ਨੂੰ ਇਸ ਚੀਜ਼ ਦੀ ਤਲਕੀਨ ਕਰਨੀ ਚਾਹੀਦੀ ਹੈ ਕਿ ਤੁਸੀਂ ਜਿੱਥੇ ਵੀ ਤੁਹਾਨੂੰ ਸੁਸਤੀ ਪਵੇ 2-4 ਘੰਟੇ ਸੌ ਜਾਓ, ਕੋਸ਼ਿਸ਼ ਕਰੋ। ਅਗਰ ਨਹੀਂ ਤੁਸੀਂ ਸੌ ਸਕਦੇ, ਤੁਸੀਂ ਥੋੜੀ ਰੁਕੋ, ਚਾय ਵਗੈਰਾ ਪੀਓ, ਰੈਸਟ ਕਰੋ, ਅੱਧਾ ਘੰਟਾ ਕਰ ਲਓ, ਠੀਕ ਹੈ। ਯਾਨੀ ਕਿ ਤੁਸੀਂ ਇਹ ਆਖਣਾ ਚਾਹ ਰਹੇ ਹੋ ਕਿ ਅਗਰ ਤੁਹਾਡੀ ਨੀਂਦ ਪੂਰੀ ਨਹੀਂ ਤਾਂ ਤੁਸੀਂ ਸਾਈਡ ਤੇ ਵੀ ਲਾ ਸਕਦੇ ਹੋ, ਉਸ ਤੋਂ ਬਾਅਦ ਆਪਣੇ ਆਰਾਮ ਨੂੰ ਤਰਜੀਹ ਦਿਓ। ਹਾਂਜੀ, ਤਕਰੀਬਨ ਮੇਰੇ ਖਿਆਲ ਦੇ ਵਿੱਚ 80% ਮਾਲਕ ਜਿਹੜੇ ਨੇ ਉਹ ਇਸੇ ਚੀਜ਼ ਦੀ ਤਲਕੀਨ ਕਰਦੇ ਨੇ ਕਿ ਜਦੋਂ ਤੁਹਾਨੂੰ ਸੁਸਤੀ ਪਵੇ, ਅਗਰ ਦੋਵਾਂ ਬੰਦੇ ਨੂੰ ਸੁਸਤੀ ਪੈ ਗਈ, ਕੋਈ ਮਸਲਾ ਨਹੀਂ ਹੈ, ਗੱਡੀ ਸਾਈਡ ਤੇ ਕਰੋ, 2-3 ਘੰਟੇ ਸੌ ਜਾਓ, 4 ਘੰਟੇ ਸੌ ਜਾਓ, ਕੋਈ ਮਸਲਾ ਨਹੀਂ ਹੈ। ਬੜੀ ਗੱਲ ਹੈ ਜੀ, ਮੈਂ ਇਸ ਚੀਜ਼ ਨੂੰ ਬੜਾ ਅਪਰੀਸ਼ੀਏਟ ਕਰਨਾ ਵਾ ਕਿ ਵਾਕਈ ਹੀ ਮਾਲਕ ਹੋਣੇ ਵੀ ਇਸ ਤਰ੍ਹਾਂ ਹੀ ਚਾਹੀਦੇ ਨੇ, ਕਿਉਂਕਿ ਮੈਂ ਇਹ ਸਮਝਦਾ ਕਿ ਜਿੱਥੇ ਐਕਸਲਰੇਟ ਹੋਇਆ ਨਾ, ਉੱਥੇ ਅਗਰ ਸਾਨੂੰ ਆਰਾਮ ਦੀ ਵੀ ਇਹ ਸਹੂਲਤ ਡਰਾਈਵਰਾਂ ਨੂੰ, ਅਮਲੇ ਨੂੰ ਦਿੱਤੀ ਜਾਵੇ ਨਾ, ਕਿ ਜਿੱਥੇ ਇਹ ਨਹੀਂ ਕਿ ਲਾਜ਼ਮੀ ਪਹੁੰਚ ਵਈ ਆ ਮੰਡੀ ਖਾਲੀ ਕੀਤੀ ਆ ਤੇ ਉਸ ਤੋਂ ਬਾਅਦ ਅਗਲੀ ਮੰਡੀ ਤੇ ਪਹੁੰਚ ਜਾ, ਜਾਂ ਪੋਰਟ ਦਾ ਜਹਾਜ਼ ਲਗਾਈ ਉੱਥੇ ਮਿੰਟ 'ਚ ਪਹੁੰਚ, 100 ਮਾਮਲਾ ਤੇ ਡਰਾਈਵਰ ਨੇ ਵੇਖਣੇ ਹੁੰਦੇ ਨੇ, ਆਪਣਾ ਅਮਲਾ ਵੇਖਣਾ ਹੁੰਦਾ ਹੈ। ਉਸ ਤੋਂ ਬਾਅਦ ਅਗਰ ਮਾਲਕਾਂ ਦੀ ਤਰਫੋਂ ਇਹ ਛੂਟ ਹੈ, ਬੜੀ ਵੱਡੀ ਗੱਲ ਕੀਤੀ ਹੈ ਅਮਲੇ ਦੇ ਹੱਕ ਦੇ ਵਿੱਚ ਭਾਈ ਹੋਰਾਂ ਨੇ ਕਿ ਐਜ਼ ਏ ਮਾਲਕਾਨ ਹੋਣ ਦੇ ਨਾਤੇ ਇਹਨਾਂ ਨੇ ਬੜੀ ਇੱਕ ਅੱਛੀ ਸੁਜੈਸ਼ਨ ਦਿੱਤੀ ਹੈ ਕਿ ਤੁਸੀਂ ਅਗਰ ਅਮਲੇ ਦਾ ਅਹਿਸਾਸ ਕਰੋਗੇ ਨਾ, ਤੇ ਮੈਂ ਇਹ ਸਮਝਦਾ ਕਿ ਨਾ ਐਕਸੀਡੈਂਟ ਦੀ ਰੇਸ਼ੋ ਵਧੇਗੀ ਔਰ ਉਸ ਤੋਂ ਬਾਅਦ ਗੱਡੀ ਵੀ ਸੇਫ ਚੱਲੇਗੀ। ਇਹਦੇ ਵਿੱਚ ਮਾਲਕਾਨ ਦਾ ਵੀ ਫਾਇਦਾ ਹੈ। ਹਾਂਜੀ ਹਾਂਜੀ, ਬਿਲਕੁਲ ਇਸ ਚੀਜ਼ ਦੇ ਵਿੱਚ ਮਾਲਕਾਂ ਦਾ ਵੀ ਫਾਇਦਾ, ਡਰਾਈਵਰਾਂ ਦਾ ਵੀ ਫਾਇਦਾ। ਦੇਖੋ ਜੀ, ਇਹ ਗੱਡੀਆਂ ਜਿਹੜੀਆਂ ਨਾ ਇਹ ਦੁਬਾਰਾ ਫੇਰ ਉਵੇਂ ਹੀ ਬਣ ਜਾਣਗੀਆਂ, ਮਾਲਕ ਦਾ ਨੁਕਸਾਨ ਹੀ ਹੋ ਜਾਏਗਾ ਨਾ, ਲੇਕਿਨ ਡਰਾਈਵਰ ਦੀ ਅਗਰ ਕੋਈ ਇੱਕ ਬਾਜ਼ੂ ਵੀ ਜਿਹੜਾ ਨਾ ਇਹ ਵੀ ਟੁੱਟ ਗਿਆ ਤੇ ਉਸ ਤਰੀਕੇ ਨਾਲ ਨਹੀਂ ਬਣਨਾ ਹੈ ਜਿਵੇਂ ਅੱਲਾਹ ਤਾਲਾ ਨੇ ਪਹਿਲਾਂ ਬਣਾਇਆ ਸੀ, ਜਾਂ ਇੱਕ ਜਿਹੜਾ ਵੇ ਉਂਗਲੀ ਵੀ ਉਤਰ ਗਈ ਡਰਾਈਵਰ ਦੀ, ਤੇ ਇਹ ਵੀ ਦੁਬਾਰਾ ਨਹੀਂ ਵਾਪਸ ਆਣੀ ਹੈ, ਠੀਕ ਹੈ। ਬਿਲਕੁਲ ਇੰਜ ਹੀ ਹੈ, ਤੇ ਇਹ ਤਕਰੀਬਨ ਹੈ ਵੀ ਔਖਾ ਕੰਮ ਹੈ। ਮੈਂ ਇਹ ਆਖਾਂਗਾ ਕਿ 90% ਇਹਦੇ ਚ ਰੇਸ਼ੋ ਐਕਸੀਡੈਂਟ ਦੀ ਹੁੰਦੀ ਹੈ, ਔਰ ਉਸ ਤੋਂ ਬਾਅਦ ਡਰਾਈਵਰ ਜਿੰਨਾ ਤੱਕ ਚੱਲਦਾ ਪਿਆ ਉਹਨਾਂ ਤੱਕ ਉਹਦੀ ਵਾਹ ਹੈ। ਉਸ ਤੋਂ ਬਾਅਦ ਪਿੱਛੋਂ ਮੇਰੇ ਖਿਆਲ ਨਾਲ, ਮੇਰੇ ਜ਼ਿਹਨ ਦੇ ਮੁਤਾਬਕ ਸਾਰੇ ਟਰਾਂਸਪੋਰਟਰ ਹਜ਼ਰਾਤ ਮਾੜੇ ਨਹੀਂ, ਲੇਕਿਨ ਜ਼ਿਆਦਾ ਜਿਹੜੇ ਨੇ ਨਾ ਉਹਦਾ ਫੋਨ ਵੀ ਚੁੱਕਣਾ ਗਵਾਰਾ ਨਹੀਂ ਕਰਦੇ। ਜੀ ਬਿਲਕੁਲ, ਤੁਹਾਡੀ ਗੱਲ ਦੇ ਨਾਲ ਇਤਫਾਕ ਹੈ, ਲੇਕਿਨ ਸਾਰੇ ਮਾਲਕਾਂ ਐਸੇ ਨਹੀਂ ਹੈ, ਔਰ ਸਾਰੇ ਡਰਾਈਵਰ ਵੀ ਜਿਹੜੇ ਨੇ ਉਹ ਐਵੇਂ ਦੇ ਨਹੀਂ ਹੈ ਕਿ ਜਿਹੜੇ ਮਾਲਕਾਂ ਕੋਲ ਇੰਨਾ ਅਰਸਾ ਦਰਾਜ਼ ਮਤਲਬ ਜਿਹੜਾ ਵੇ ਉਹ ਡਿਊਟੀ ਕਰਨ ਤੇ ਮਾਲਕ ਉਹਨਾਂ ਦਾ ਖਿਆਲ ਨਾ ਕਰਨ। ਬਿਲਕੁਲ ਇੰਜ ਹੀ ਹੈ, ਬੜੇ ਬੜੇ ਅੱਛੇ ਮਾਲਕਾਨ ਵੀ ਪਏ ਨੇ ਔਰ ਬੜਾ ਅਹਿਸਾਸ ਕਰਦੇ ਨੇ ਉਹਨਾਂ ਦੀਆਂ ਗਮੀਆਂ, ਸ਼ਾਦੀਆਂ, ਖੁਸ਼ੀਆਂ, ਜਿਹੜਾ ਕੋਈ ਦੁੱਖ ਸੁੱਖ ਉਹਨਾਂ ਦਾ ਹੁੰਦਾ ਨਾ, ਉਹਦੇ 'ਚ ਵੀ ਸ਼ਰੀਕ ਹੁੰਦੇ ਨੇ। ਮੈਂ ਆਪਣੀ ਅੱਖਾਂ ਨਾਲ ਵੇਖਿਆ, ਲੇਕਿਨ ਜ਼ਿਆਦਾ ਜਿਹੜਾ ਨਾ ਕੰਪਨੀਆਂ ਦੇ ਵਿੱਚ, ਖਾਸ ਤੌਰ ਤੇ ਕੰਪਨੀਆਂ ਬੁਰੀਆਂ ਨਹੀਂ, ਸਾਡੇ ਵਾਸਤੇ ਕਾਬਲੇ ਇਤਰਾਮ ਨੇ, ਲੇਕਿਨ ਉਹਨਾਂ ਦੇ ਵਿੱਚ ਇਹ ਚੀਜ਼ਾਂ ਵੇਖੀਆਂ ਜਾਂਦੀਆਂ ਨੇ ਕਿ ਡਰਾਈਵਰ ਨੂੰ ਅਗਰ ਕਿਸੇ ਚੀਜ਼ ਦੀ ਜ਼ਰੂਰਤ ਹੈ, ਉਹਨੂੰ ਅਗਲਾ ਘਰ ਹੀ ਲੱਭਣਾ ਪੈਂਦਾ ਹੈ, ਠੀਕ ਹੈ, ਮਫਾਦ ਕੋਈ ਨਹੀਂ ਹੁੰਦਾ। ਸਹੀ ਹੋ ਗਿਆ, ਗੁੱਡ ਹੋ ਗਿਆ ਜੀ, ਤੁਸੀਂ ਡਰਾਈਵਰਾਂ ਦੇ ਹੱਕ 'ਚ ਗੱਲ ਕੀਤੀ, ਅਸੀਂ ਇਸ ਨੂੰ 100% ਐਪਰੀਸ਼ੀਏਟ ਕਰਨੇ ਆ ਔਰ ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਹੈ। ਮਜ਼ੀਦ ਡਰਾਈਵਰਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ ਕਿ ਜਿਹੜੇ ਮਕਸਦ ਹੈ ਕਿ ਇੱਕ ਤੇ ਚੋਰੀ ਦੇ ਬਾਰੇ ਦੱਸੋ ਕਿ ਚੋਰੀ ਕਰਦਾ ਡਰਾਈਵਰ, ਔਰ ਕਰਦਾ ਹੈ ਤੇ ਕਿਉਂ ਕਰਦਾ ਹੈ ਤੇ ਉਹਨੂੰ ਕਰਨੀ ਚਾਹੀਦੀ ਹੈ, ਜਾਂ ਮਾਲਕ ਨੂੰ ਖਾਂਦਾ ਹੈ ਤੇ ਮਾਲਕ ਉਹਦੇ ਨਾਲ ਕਿਸ ਤਰ੍ਹਾਂ ਦਾ ਬਿਹੇਵ ਕਰਦਾ ਹੈ? ਡਰਾਈਵਰ ਦੇ ਬਾਰੇ ਪਹਿਲੇ ਸਾਨੂੰ ਥੋੜੀ ਜਿਹੀ ਮਾਲੂਮਾਤ ਦਿਓ। ਦੇਖੋ ਜੀ, ਡਰਾਈਵਰ ਸਾਰੇ, ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸੀ ਕਿ ਸਾਰੇ ਡਰਾਈਵਰ ਇੱਕ ਜੈਸੇ ਨਹੀਂ ਹੈ, ਠੀਕ ਹੈ। ਬਾਕੀ ਇਹ ਵੇਖ ਉਹਦੇ ਵਿੱਚ ਕੁਝ ਮਾਲਕਾਂ ਦੀ ਵੀ ਗਲਤੀ ਹੈ ਕਿ ਉਹਨਾਂ ਨੂੰ ਅਗਰ ਤਨਖਾਹ ਜਾਂ ਉਹਨਾਂ ਦਾ ਵੋਚਰ ਜਿਹੜਾ ਹੈ ਉਹ ਮੁਕੰਮਲ ਨਹੀਂ ਮਿਲੇਗਾ, ਅੱਛਾ ਵੋਚਰ ਨਹੀਂ ਮਿਲੇਗਾ, ਅੱਛਾ ਖਰਚਾ ਨਹੀਂ ਮਿਲੇਗਾ, ਚੱਕਰ ਦੇ ਪੈਸੇ ਨਹੀਂ ਬਚਣਗੇ ਉਹਨਾਂ ਨੂੰ, ਤੇ ਘਰੋਂ ਕੋਈ ਵੀ ਨਹੀਂ ਲੈ ਕੇ ਆਉਂਦਾ ਜੀ, ਸਾਰੇ ਇੱਥੋਂ ਹੀ ਪੂਰਾ ਕਰਦੇ ਨੇ, ਤੇ ਉਹ ਡਰਾਈਵਰਾਂ ਨੇ ਪੂਰਾ ਕਰਨਾ ਹੁੰਦਾ। ਤੇ ਯਾਨੀ ਕਿ ਮਾਲਕ ਅਗਰ ਡਰਾਈਵਰਾਂ ਦਾ ਅਹਿਸਾਸ ਕਰਦੇ ਨੇ ਤੇ ਫਿਰ ਜਿਹੜਾ ਨਸਲੀ ਡਰਾਈਵਰ ਹੋਏਗਾ ਨਾ, ਉਹ ਵੀ ਚੋਰੀ ਵਾਲੇ ਪਾਸੇ ਨਹੀਂ ਜਾਏਗਾ। ਸਰ ਜੀ, ਮੇਰੀ ਇਹ ਸੋਚ ਹੈ ਕਿ ਅਗਰ ਮਾਲਕ ਆਪਣੇ ਡਰਾਈਵਰ ਨੂੰ ਖਰਚਾ ਪੂਰਾ ਦਿੰਦਾ ਵੇ, ਜਿੰਨੇ ਮਤਲਬ ਮੁਨਾਸਬ ਪੈਸੇ ਦਿੰਦਾ ਵੇ ਅਗਰ ਉਹਨੂੰ, ਤੇ ਮੇਰਾ ਨਹੀਂ ਖਿਆਲ ਡਰਾਈਵਰ ਚੋਰੀ ਕਰਦਾ। ਦੂਜੇ ਨੰਬਰ ਤੇ ਅਗਰ ਉਹ ਚੋਰੀ ਕਰਨ ਵੀ ਲੱਗੇਗਾ ਤੇ ਇੱਕ ਦਫਾ ਉਹਨੂੰ ਆਪਣੇ ਮਾਲਕ ਦਾ ਅਹਿਸਾਸ ਜ਼ਰੂਰ ਆਏਗਾ ਕਿ ਮੇਰਾ ਮਾਲਕ ਮੇਰੇ ਨਾਲ ਅੱਛਾ ਹੈ ਤੇ ਮੈਂ ਕੀ ਕਰਦਾ ਪਿਆ। ਕੁਝ ਡਰਾਈਵਰ ਐਸੇ ਨੇ ਮਤਲਬ ਜਿਹੜੇ ਚੋਰੀ ਕਰਦੇ ਨੇ, ਠੀਕ ਹੈ, ਮਤਲਬ ਮਾਲ ਵੇਚ ਦਿੰਦੇ ਨੇ, ਬਹੁਤ ਹੱਦ ਤੱਕ ਉਹ ਆਪਣੇ ਆਪ ਨੂੰ ਸਮਝਦੇ ਨੇ ਸ਼ਾਇਦ ਅਸੀਂ ਬਚ ਜਾਵਾਂਗੇ ਇਸ ਚੀਜ਼ ਤੋਂ, ਲੇਕਿਨ ਜਿਹੜਾ ਮਾਲਕ ਰੋਡ ਦੇ ਉੱਪਰ 2-3 ਕਰੋੜ ਦੀ ਗੱਡੀ ਚਲਾ ਰਿਹਾ ਨਾ, ਉਹ ਇੰਨਾ ਪਾਗਲ ਜਾਂ ਬੇਵਕੂਫ ਨਹੀਂ ਹੈ, ਉਸ ਡਰਾਈਵਰ ਨੂੰ ਛੱਡ ਦੇਗਾ। ਬਿਲਕੁਲ, ਉਹ ਅਮਲਾ ਯਾਨੀ ਕਿ ਉਹਦੀ ਅੱਖ 'ਚ ਹੁੰਦਾ ਹੈ। ਹਾਂਜੀ ਹਾਂਜੀ, ਉਹਦੀ ਅੱਖ 'ਚ ਹੁੰਦਾ ਵੇ, ਔਰ ਹਰ ਮਾਲਕ ਨੇ ਆਪਣੇ ਰਿਸੋਰਸਿਸ ਬਣਾਏ ਹੁੰਦੇ ਨੇ ਕਿ ਉਹਨੇ ਆਪਣੀ ਰਿਕਵਰੀ ਕਿਵੇਂ ਕਰਨੀ, ਔਰ ਉਹ ਕਰ ਲੈਂਦਾ ਰਿਕਵਰੀ। ਤੇ ਬਜਾਏ ਇਸ ਦੇ ਕਿ ਤੁਸੀਂ ਜਿਹੜਾ ਵੇ ਇਸ ਤਰੀਕੇ ਨਾਲ ਚੱਲੋ, ਤੁਸੀਂ ਇਹ ਹੈ ਕਿ ਕਿਸੇ ਅੱਛੇ ਮਾਲਕ ਕੋਲ ਚਲੋ, ਅੱਛਾ ਵੋਚਰ ਲਓ, ਅੱਛੇ ਤਨਖਾਹ ਲਓ, ਅੱਛੇ ਖਰਚੇ ਲਓ ਉਹਦੇ ਕੋਲ, ਔਰ ਸੋਹਣੀ ਰੋਜ਼ੀ ਕਰੋ, ਔਰ ਉਸ ਮਾਲਕ ਦਾ ਵੀ ਖਿਆਲ ਕਰੋ, ਉਸ ਗੱਡੀ ਦਾ ਵੀ ਖਿਆਲ ਕਰੋ ਜਿੱਥੋਂ ਤੁਸੀਂ ਰੋਜ਼ੀ ਕਮਾ ਰਹੇ ਹੋ।
ਜੀ ਬੜੀ ਅੱਛੀ ਗੱਲ ਕੀਤੀ ਭਾਈ ਹੋਰਾਂ ਨੇ ਕਿ ਜੇ ਅਗਰ ਕੋਈ ਤੁਹਾਨੂੰ ਤਕਲੀਫ ਹੈ ਕੋਈ ਮਸਲਾ ਮਸਾਇਲ ਹੈ ਆਪਣੇ ਮਾਲਕ ਨਾਲ ਡਿਸਕਸ ਜ਼ਰੂਰ ਕਰੋ। ਉਹਨਾਂ ਨੂੰ ਆਖੋ ਕਿ ਸਾਨੂੰ ਇਹ ਤੰਗੀ ਹੈ ਤੇ ਥੋੜਾ ਜਿਹਾ ਸਾਡੇ ਅਖਰਾਜਾਤ ਵਧਾਏ ਜਾਣ, ਸਾਡੇ ਮਾਮਲਾਤ ਘਰ ਦੇ ਵੀ ਹੈ ਨੇ, ਯਾਨੀ ਕਿ ਸੋਹਣੇ ਤਰੀਕੇ ਨਾਲ ਉਹਨਾਂ ਕੋਲ ਜੌਬ ਕਰ ਰਹੇ ਹੋ। ਪੂਰੀ ਕੀਤੀ ਜਾਵੇ, ਉਹਦੇ ਨਾਲ ਬਿਹਤਰ ਇਹ ਹੈ ਕਿ ਮਾਲਕ ਦੇ ਨਾਲ ਡਿਸਕਸ ਕੀਤਾ ਜਾਏ ਤੇ ਸਾਡੇ ਆ ਖਰਚੇ ਨੇ, ਸਾਡੇ ਆ ਹਕੂਕ ਨੇ ਸਾਨੂੰ ਦਿੱਤੇ ਜਾਣ। ਅਗਰ ਫਿਰ ਵੀ ਉਹ ਮਾਲਕ ਨਹੀਂ ਦਿੰਦਾ ਤੇ ਫਿਰ ਕਿਸੇ ਹੋਰ ਮਾਲਕ ਤੇ ਫਿਰ ਕਿਸੇ ਹੋਰ ਮਾਲਕ ਨੂੰ, ਯਾਨੀ ਕਿ ਤੁਸੀਂ ਆਪਣਾ ਕਿਸੇ ਹੋਰ ਪਾਸੇ ਜੌਬ ਤਲਾਸ਼ ਕਰ ਲਓ, ਲੇਕਿਨ ਆਪਣੇ ਬੱਚਿਆਂ ਨੂੰ ਹਰਾਮ ਨਾ ਖਵਾਓ, ਕਿਉਂਕਿ ਮਾਲਕ ਦੀ ਅੱਖ ਦੇ ਵਿੱਚ ਤੇ ਹੁੰਦੇ ਹੀ ਹੁੰਦੇ ਨੇ ਨਾ ਉਹ ਡਰਾਈਵਰ ਜਿਹੜੇ ਕੋਈ ਚੋਰੀ ਕਰਦੇ ਨੇ, ਉੱਤੋਂ ਵੀ ਖਾਂਦੇ ਨੇ ਗੱਡੀ ਨੂੰ, ਥੱਲੋਂ ਵੀ ਖਾਂਦੇ, ਉਹ ਸਮਝ ਤੇ ਗਏ ਹੋਣੇ ਹੋ, ਠੀਕ ਹੈ, ਤੇ ਖਾਂਦੇ ਨੇ, ਉਸ ਤੋਂ ਬਾਅਦ ਆਪਣੇ ਬੱਚਿਆਂ ਨੂੰ ਰਿਸਕੇ ਹਰਾਮ ਖਵਾਉਂਦੇ ਨੇ। ਤੇ ਠੀਕ ਹੈ, ਉਹ ਡਰਾਈਵਰਾਂ ਦੀ ਮਕਸਦ ਹੈ ਕਿ ਮਾਲਕਾਂ ਦੀ ਅੱਖ ਦੇ ਵਿੱਚ ਹੁੰਦੇ ਨੇ, ਲਿਹਾਜ਼ਾ ਉਹ ਅਗਰ ਮਾਲਕ ਨੇ ਵੀ ਆਪਣਾ ਨਿਜ਼ਾਮ ਚਲਾਉਣਾ ਹੈ ਵੈਸੇ ਦਰਗੁਜ਼ਰ ਕਰਨ, ਤੇ ਇਹ ਨਾ ਸਮਝੋ ਕਿ ਮਾਲਕ ਨੂੰ ਪਤਾ ਹੀ ਨਹੀਂ ਤੇ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ। ਭਾਈ ਹੋਰਾਂ ਦਾ ਇਹ ਆਖਣਾ ਸੀ ਤੇ ਬੜੀਆਂ ਸਾਰੀਆਂ ਦੁਆਵਾਂ ਨੇ ਜੀ। ਅਖੀਰ ਤੇ ਗੱਲ ਇਹ ਕਰਾਂਗਾ ਕਿ ਡਰਾਈਵਰਾਂ ਦੇ, ਮੈਂ ਡਰਾਈਵਰੀ ਸ਼ੋਭੇ ਨਾਲ ਵਬਸਤਗੀ ਮੇਰੀ ਕਾਫੀ ਸਾਲਾਂ ਤੋਂ ਹੈ ਤੇ ਮੈਂ ਇਹ ਵੇਖਿਆ ਕਿ ਬੜਾ ਇਹ ਔਖਾ ਜਿਹਾ ਪੇਸ਼ਾ ਹੈ। ਇਹ ਜਿੰਨਾ ਮੁਕੱਦਸ ਹੈ ਇਹਨੂੰ ਓਨਾ ਹੀ ਮੁਕੱਦਸ ਰਹਿਣ ਦਿੱਤਾ ਜਾਵੇ। ਕੁਝ ਜਿਹੜੇ ਚੰਦ ਝੂਠਾਂ ਆ ਗਈਆਂ ਨੇ ਨਾ, ਗੁੱਸਾ ਨਹੀਂ ਕਰਨਾ ਮੇਰੀ ਗੱਲ ਤੋਂ, ਚੰਦ ਝੂਠਾਂ ਦੀ ਵਜ੍ਹਾ ਤੋਂ ਜਿਹੜੇ ਚੰਗੇ ਚੱਲਣ ਵਾਲੇ ਅਮਲੇ ਨੇ ਉਹਨਾਂ ਨੂੰ ਵੀ ਯਾਰਾ ਬਦਨਾਮ ਨਾ ਕਰੋ। ਰੱਬ ਦਾ ਵਾਸਤਾ, ਜੇ ਡਰਾਈਵਰ ਇਜ਼ ਏ ਬ੍ਰਾਂਡ ਦਾ ਲਕਬ ਮੈਂ ਐਵੇਂ ਨਹੀਂ ਦਿੱਤਾ। ਡਰਾਈਵਰਾਂ ਦੇ ਬੜੇ ਔਖੇ ਮੈਂ ਮਾਮਲਾਤ ਵੇਖੀ ਪਿਆ ਵਾਂ ਤੇ ਭਾਈ ਹੋਰਾਂ ਕੋਲੋਂ ਵੀ ਪੁੱਛਨੇ ਆ, ਜਨਾਬ ਅਸੀਂ ਡਰਾਈਵਰਾਂ ਨੂੰ ਆਨੇ ਆ ਬ੍ਰਾਂਡ, ਤੁਸੀਂ ਕੀ ਕਹਿਣਾ ਚਾਹੋਗੇ, ਡਰਾਈਵਰ ਬ੍ਰਾਂਡ ਹੈ ਨੇ ਜਾਂ ਨਹੀਂ? ਜੀ ਸਰ, ਜਿਹੜੇ ਅੱਛੇ ਡਰਾਈਵਰ ਨੇ ਉਹ ਬ੍ਰਾਂਡ ਨੇ, ਔਰ ਉਹ ਮਾਲਕਾਂ ਵਾਸਤੇ ਵੀ ਬ੍ਰਾਂਡ ਨੇ, ਇਕੱਲੇ ਤੁਹਾਡੇ ਵਾਸਤੇ ਨਹੀਂ, ਉਹ ਮਾਲਕਾਂ ਵਾਸਤੇ ਵੀ ਬ੍ਰਾਂਡ ਨੇ। ਔਰ ਕੱਲੀ ਗੱਲ ਇਹ ਨਹੀਂ ਆ, ਜਿਹੜੇ ਅੱਛੇ ਡਰਾਈਵਰ ਨੇ ਨਾ, ਮਾਲਕ ਵੀ ਉਹਦਾ ਬੜੀ, ਅਗਰ ਆਪਣੀ ਕਿਸੇ ਗੈਦਰਿੰਗ 'ਚ ਬੈਠੇ ਨੇ, ਮਾਲਕ ਬੈਠੇ ਨੇ ਸਾਰੇ, ਉਹ ਅੱਛਾ ਹੀ ਉਹਦਾ ਤਾਰਫ ਕਰਾਉਂਦੇ ਨੇ ਕਿ ਯਾਰ ਮੇਰਾ ਫਲਾਣਾ ਡਰਾਈਵਰ ਬਹੁਤ ਅੱਛਾ ਹੈ, ਠੀਕ ਹੈ, ਤੇ ਮਾਲਕ ਵੀ ਉਹਦੇ ਨਾਲ ਬਿਹਤਰ ਹੁੰਦਾ ਵੇ, ਮਾਲਕ ਵੀ ਉਹਦਾ ਬਿਹਤਰ ਤਰੀਕੇ ਨਾਲ ਚੱਲਦਾ ਵੇ। ਤੇ ਜਨਾਬ ਜਿਹੜੇ ਮੇਰੇ ਭਰਾ ਐਪਰੀਸ਼ੀਏਟ ਕਰਨ ਵਾਲੇ ਹੋ, ਵੀਡੀਓ ਡਰਾਈਵਰਾਂ ਦੀ ਵੇਖਣ ਵਾਲੇ ਹੋ, ਆਪਣੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਆਹੀ ਸਾਨੂੰ ਦਿਆ ਜੇ, ਤਾਂ ਕਿ ਅਸੀਂ ਨੈਕਸਟ ਟਾਈਮ ਵਾਸਤੇ ਕੋਈ ਅੱਛੇ ਕੁਐਸਚਨ ਨਾਲ ਅੱਛੀ ਤੁਹਾਡੀ ਰਹਿਨਮਾਈ ਹੋ ਸਕੇ। ਬੜਾ ਸਾਰਾ ਖਿਆਲ ਰੱਖਿਆ ਜੇ, ਇਹਨਾਂ ਚੀਜ਼ ਨੂੰ ਇਜਾਜ਼ਤ ਦਿਓ, ਇਨਸ਼ਾਅੱਲਾ ਮਿਲਨੇ ਆ ਅਗਲੀ ਵੀਡੀਓ 'ਚ। ਅੱਲਾ ਹਾਫਿਜ਼।